ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਦੋਹਰਾ ਅਕਾਲ ਪੁਰਖ ਤੇ ਹੋਤ ਹੈ, ਕੋਟਕ ਬਿਸ਼ਨ ਮਹੇਸ਼। ਤੈਸੇ ਸੇਵਕ ਸਾਥ ਹਮ, ਮਾਰੋ ਚਾਰੋ ਸ਼ੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਕਿ ਇਸ ਤਰ੍ਹਾਂ ਸੰਸਾਰ ਦੇ ਵਿੱਚ ਉਤਪਤ ਪਰਲੋ ਹੁੰਦੀ ਹੈ, ਤੇ ਸੰਸਾਰ ਜਿਹੜਾ ਹੈ ਜਦੋਂ ਬਹੁਤਾ ਹੀ ਭਰ ਜਾਂਦਾ ਹੈ, ਫਿਰ ਸਮੇਂ ਸਮੇਂ 'ਤੇ ਅਕਾਲ ਪੁਰਖ ਆਪ ਹੀ ਪਰਲੋਂ ਲਿਆ ਕੇ ਖਤਮ ਕਰ ਦਿੰਦਾ ਹੈ, ਫਿਰ ਆਪ ਹੀ ਉਤਪਤੀ ਕਰਨ ਵਾਲਾ ਹੈ। ਭਾਈ ਸਾਹਿਬ ਜੀ ਲਿਖਣਾ ਕਰਦੇ ਹਨ ਕਿ ਇਸ ਤਰ੍ਹਾਂ ਅਕਾਲ ਪੁਰਖ ਤੋਂ ਹੀ ਦੁਨੀਆ ਪੈਦਾ ਹੁੰਦੀ ਹੈ ਅਤੇ ਅਕਾਲ ਪੁਰਖ ਹੀ ਇਸ ਨੂੰ ਖਤਮ ਕਰਦੇ ਹਨ। ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਆਓ ਅਗਲੀ ਵਿਚਾਰ ਨੂੰ ਆਰੰਭ ਕਰਕੇ ਸਰਵਣ ਕਰਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਆਰੰਭ ਕਰੀਏ ਜੀ। ਦੋਹਰਾ ਅਕਾਲ ਪੁਰਖ ਤੇ ਹੋਤ ਹੈ, ਕੋਟਨ ਬਿਸ਼ਨ ਮਹੇਸ਼। ਇਸ ਤਰ੍ਹਾਂ ਅਕਾਲ ਪੁਰਖ ਤੋਂ ਹੀ ਕਰੋੜਾਂ ਵਿਸ਼ਨ ਮਹੇਸ਼ ਆਦਿ ਭਾਵ ਸ੍ਰਿਸ਼ਟੀ ਦੇ ਲੋਕ ਪੈਦਾ ਹੁੰਦੇ ਹਨ। ਐਸੇ ਸੇਵਕ ਸਾਥ ਹਮ, ਮਾਰੋ ਚਾਰੋ ਸ਼ੇਖ। ਐਸੇ ਲੋਕ ਜਿਹੜੇ ਸੰਸਾਰ ਦੇ ਵਿੱਚ ਗੁਰੂ ਪਿਆਰਿਓ ਦੁੱਖ ਦਿੰਦੇ ਹਨ ਦੁਨੀਆ ਨੂੰ, ਸੰਸਾਰ ਨੂੰ। ਐਸੇ ਲੋਕਾਂ ਦਾ ਜਦੋਂ ਸਮਾਂ ਆਉਂਦਾ, ਪਰਮੇਸ਼ਰ ਉਹਨਾਂ ਨੂੰ ਖਤਮ ਕਰ ਦਿੰਦਾ ਕਿਸੇ ਦੇ ਵੀ ਰਾਹੀਂ। ਹੁਣ ਸਾਡੇ ਰਾਹੀਂ ਉਹ ਸਮਾਂ ਆਇਆ ਜੀ। ਸੁਨ ਕਰ ਸਿੰਘ ਸਕਲ ਵਿਸਮਾਏ, ਅਦਭੁਤ ਸਤਿਗੁਰ ਬਾਕ ਸੁਨਾਏ। ਔਰ ਖਾਲਸਾ ਜੀ ਕਹਿਣ ਲੱਗੇ, ਮਹਾਰਾਜ ਇਹ ਬੜੀਆਂ ਅਨੋਖੀਆਂ ਗੱਲਾਂ ਦਸੀਆਂ ਜੀ। ਸਾਚੇ ਪਾਤਸ਼ਾਹ ਹਮਤਾਈ, ਸ਼੍ਰੀ ਮੁਕਤੇ ਦਿਓ ਭੇਵ ਸੁਨਾਈ। ਔਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘ ਕਹਿਣ ਲੱਗੇ, ਮਹਾਰਾਜ ਹੋਰ ਵੀ ਦਸਣਾ ਕਰੋ ਜੀ। ਤਿਨ ਕੋ ਅੰਸ਼ ਸਰਬ ਮਰ ਹੈ, ਕੀਤੋ ਬੀਚ ਤੇ ਕੋਈ ਨਾ ਉਬਰ ਹੈ। ਕੀ ਮਹਾਰਾਜ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਹੈ, ਅੰਸ਼ ਖਤਮ ਹੋ ਜਾਂਦੀ ਹੈ,
ਜਾਂ ਕੋਈ ਬਚਦਾ ਵੀ ਹੈ। ਪਰਮਾਇਓ ਬਚ ਲੋਕ ਕਨੇਰੇ ਤਿਨ ਕੀ ਅੰਸ਼ ਬਲੋਕ ਬਡੇਰੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਦੁਨੀਆ ਮਰ ਵੀ ਜਾਂਦੀ ਹੈ ਪਰ ਬਹੁਤ ਲੋਕ ਬਚ ਵੀ ਜਾਂਦੇ ਹਨ। ਨਿਜ ਨਿਜ ਧਰਮ ਛੋੜ ਮਿਲ ਰਹੈ ਤਿਨ ਪਰ ਹੁਕਮ ਨਹੀਂ ਪ੍ਰਭ ਕਹੈ। ਜਿਹੜੇ ਆਪਣਾ ਧਰਮ ਛੱਡ ਕੇ ਉਹਨਾਂ ਨਾਲ ਮਿਲ ਜਾਣਗੇ, ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਆ, ਉਹਨਾਂ ਦੀ ਸੰਗਤ ਕਰਨਗੇ, ਉਹਨਾਂ ਉੱਤੇ ਪਰਮੇਸ਼ਰ ਦਾ ਹੁਕਮ ਹੈ, ਕੋਈ ਜ਼ੋਰ ਨਹੀਂ ਚੱਲੇਗਾ। ਇਸੀ ਅੰਸ਼ ਕੀ ਸਭ ਮਰ ਜਾਏ ਇਤ ਤਿਸ ਕੋ ਨ ਰਹਿਣਾ ਪਹੈ। ਔਰ ਇਸ ਤਰ੍ਹਾਂ ਨਾਮ ਜਪਣ ਵਾਲੇ ਬਚ ਜਾਂਦੇ ਹੈ, ਉਹਨਾਂ ਤੇ ਪਰਮੇਸ਼ਰ ਦਾ ਹੁਕਮ ਲਾਗੂ ਨਹੀਂ ਹੁੰਦਾ, ਭਾਵ ਉਹ ਨਹੀਂ ਮਰਦੇ, ਉਹ ਬਚ ਜਾਂਦੇ ਹਨ। ਜਿਸ ਤਰ੍ਹਾਂ ਆਮ ਕਹਾਵਤ ਹੈ ਬਈ ਜਦੋਂ ਪਰਲੋਂ ਆਉਂਦੀ ਹੈ, ਮਹਾਪਰਲੋਂ ਆਉਂਦੀ ਹੈ, ਤਾਂ 12 ਕੋਹ 'ਤੇ ਦੀਵਾ ਜਗਦਾ, ਕਿ ਉਹ ਉਹੀ ਬਚਦੇ ਆ ਜਿਹੜੇ ਸਿਮਰਨ ਭਜਨ ਬੰਦਗੀ ਵਾਲੇ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਸ ਤਰ੍ਹਾਂ ਜਿਹੜੇ ਸੰਸਾਰ ਦੇ ਵਿੱਚ ਕਤਲੇਆਮ ਕਰਨ ਵਾਲੇ, ਲੋਕਾਂ ਨੂੰ ਦੁੱਖ ਦੇਣ ਵਾਲੇ, ਧਰਮ ਦੇ ਵਿੱਚ ਨਾ ਰਹਿਣ ਵਾਲੇ ਮਰ ਜਾਂਦੇ ਹਨ, ਬਾਕੀ ਧਰਮੀ ਲੋਕ ਬਚ ਜਾਂਦੇ ਆ। ਜਿਹੜੀ ਉਹਨਾਂ ਦੀ ਸੰਗਤ ਕਰਨਗੇ ਉਹ ਵੀ ਬਚ ਜਾਣਗੇ। ਹਮ ਹਰ ਪੀਛੇ ਬਰਖ ਸਵਾਸੈ ਤਬੇ ਖਾਲਸਾ ਇਨੋ ਬਿਨਾਸੈ। ਔਰ ਸਾਡੇ ਜਾਣ ਤੋਂ 125 ਸਾਲ ਪਿੱਛੋਂ ਖਾਲਸਾ ਕਹਿੰਦੇ ਇਹਨਾਂ ਦਾ ਖਾਤਮਾ ਕਰ ਦੇਵੇਗਾ। ਬਿਨਸਤ ਰਹੇ ਸਮੇਂ ਪ੍ਰਤਫੀਰ ਜੋ ਤਿਨ ਕੀ ਹੋਏ ਮੂਲ ਅਖੀਰ। ਔਰ ਇਸ ਤਰ੍ਹਾਂ ਇਹ ਮਰਦੇ ਰਹਿਣਗੇ, ਅਖੀਰ ਇਹਨਾਂ ਦੀ ਜੜ ਪੁੱਟੀ ਜਾਵੇਗੀ, ਭਾਵ ਮੁਗਲਾਂ ਦੀ। ਜਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਭਾਰਤ ਵਰਸ਼ ਵਿੱਚ ਆ ਕੇ ਤਰਥੱਲੀ ਮਚਾਈ, ਭਾਰਤ ਵਰਸ਼ ਦੇ ਲੋਕਾਂ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕੀਤਾ। ਪਾਤਸ਼ਾਹ ਕਹਿੰਦੇ ਅਖੀਰ ਇਹ ਭਾਰਤ ਵਿੱਚੋਂ ਖਤਮ ਹੋ ਜਾਣਗੇ, ਜਿਵੇਂ ਅੱਜ ਭਾਰਤ ਵਿੱਚ ਮੁਗਲਾਂ ਦਾ ਰਾਜ ਨਹੀਂ ਰਿਹਾ। ਇਸ ਪ੍ਰਕਾਰ ਸਿੰਘਨ ਸਮਝਾਇਓ ਸਭਾ ਉਠਨ ਕੋ ਸਮੋ ਸੁਆਇਓ। ਇਹੋ ਵਿਚਾਰਾਂ ਕਰਦਿਆਂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਵਾਨਾਂ ਦੀ ਸਮਾਪਤੀ ਕਰ ਦਿੱਤੀ ਜੀ। ਮੰਦਰ ਅੰਦਰ ਜਾਇ ਪਰਵੇਸੀ ਗਇਓ ਖਾਲਸਾ ਸਿਵਰ ਅਸ਼ੀਸ਼ੀ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਉਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਲਾਂ ਵੱਲ ਚਲੇ ਗਏ, ਸੰਗਤਾਂ ਵੀ ਆਪੋ ਆਪਣੇ ਸਥਾਨਾਂ ਤੇ ਚਲੀਆਂ ਗਈਆਂ ਜੀ। ਖਾਨ ਪਾਨ ਕਰ ਨਿਸ਼ਾ ਬਿਤਾਈ ਭਈ ਪ੍ਰਾਤ ਪੁਰ ਸਭਾ ਲਗਾਈ। ਸ਼ਾਮਾਂ ਦਾ ਸਮਾਂ ਹੋਇਆ, ਸਭ ਨੇ ਭੋਜਨ ਪ੍ਰਸ਼ਾਦਾ ਛਕਣਾ ਕੀਤਾ ਹੈ, ਅੰਮ੍ਰਿਤ ਵੇਲਾ ਹੋਇਆ, ਫਿਰ ਉੱਠੇ ਅਤੇ ਦੁਬਾਰਾ ਦੀਵਾਨ ਸਜਿਆ ਜੀ। ਆਨ ਖਾਲਸੀ ਦਰਸ਼ਨ ਕੀਨਾ ਕਰ ਬੰਧਨ ਡਿਗ ਬੈਠ ਪਰ ਬੀਨਾ। ਸਿੱਖ ਸੰਗਤਾਂ ਫੇਰ ਸਤਿਗੁਰਾਂ ਦੇ ਦੁਆਲੇ ਆ ਕਰਕੇ ਬੈਠ ਗਈਆਂ ਹਨ। ਗਰਜ ਗਰਜ ਗੁਰਪਤੇ ਬੁਲਾਵੈ ਸ਼ਾਸਤਰਨ ਸਹਿਤ ਬੈਸਦਤ ਪਾਵੈ। ਔਰ ਸਿੰਘ ਬੜੇ ਜੋਸ਼ ਜਾਹੋ ਜਲਾਲ ਦੇ ਵਿੱਚ ਹਨ, ਗਰਜ ਗਰਜ ਕੇ ਭਾਵ ਉੱਚੀ ਬੋਲ ਬੋਲ ਕੇ ਸਿੰਘਾਂ ਨੂੰ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਨ। ਔਰ ਸ਼ਸਤਰ ਵਸਤਰ ਧਾਰ ਕੇ ਬੜੇ ਜਾਹੋ ਜਲਾਲ ਦੇ ਨਾਲ ਗੁਰੂ ਕੀਆਂ ਫੌਜਾਂ ਵੀ ਗੁਰੂ ਕੋਲ ਬੈਠਦੀਆਂ ਹਨ। ਰਾਜਨ ਕੀ ਤਵ ਚਲੀ ਪ੍ਰਸੰਗਾ ਧਰੀ ਤਰਾਸ ਮਿਲ ਪਈ ਕਰੰਗਾ। ਹੁਣ ਗੱਲ ਉਧਰ ਆ ਗਈ ਹੈ, ਜਦੋਂ ਭੀਮ ਚੰਦ ਵਰਗੇ ਰਾਜੇ ਇਕੱਠੇ ਹੋ ਗਏ ਸਾਰੇ, ਔਰ ਇਹਨਾਂ ਨੇ ਗੁਰੂ ਕੇ ਸਿੰਘਾਂ ਤੋਂ ਡਰਨਾ ਵੀ ਕੀਤਾ, ਔਰ ਇਹ ਇਕੱਠੇ ਹੋ ਕੇ ਹਮਲਾ ਕਰਨ ਦੀ ਵੀ ਸੋਚਣ ਲੱਗੇ। ਕੀਰਤਕ ਨੇ ਕਰ ਚਮੋ ਵਿਸਾਲਾ ਦਿਸ਼ ਆਨੰਦਪੁਰ ਘੇਰੋ ਡਾਲਾ। ਕਈ ਪਹਾੜੀ ਰਾਜਿਆਂ ਨੇ ਤਾਂ ਕੋਸ਼ਿਸ਼ ਕੀਤੀ ਕਿ ਆਨੰਦਪੁਰ ਸਾਹਿਬ ਦੇ ਆਸੇ-ਪਾਸੇ ਘੇਰਾ ਪਾ ਲਈਏ। ਚਹਿਤ ਰਹੀ ਲੜਬੇ ਕੋ ਜੰਗ ਕੀਰਤਕ ਆਗੇ ਆਏ ਨਿਸੰਗ। ਔਰ ਇਹਨਾਂ ਪਹਾੜੀ ਰਾਜਿਆਂ ਨੇ ਸਲਾਹ ਬਣਾ ਲਈ ਹੈ ਕਿ ਜੇ ਹੁਣ ਸਿੱਖ ਖਾਲਸਾ ਜਿਹੜਾ ਹੈ ਸ਼ਿਕਾਰ ਖੇਡਣ ਨਿਕਲੇਗਾ ਜਾਂ ਘਾਹ ਆਦਿ ਘੋੜਿਆਂ ਦੀ ਲੈਣ ਆਵੇਗਾ, ਅਸੀਂ ਹਮਲਾ ਕਰਾਂਗੇ। ਸਿੰਘਨ ਸੰਗ ਫਿਰਤ ਹੀ ਰਹੈ ਜੇ ਜੇ ਬੜੇ ਸੋ ਐਸੇ ਕਹੈ। ਵੱਡੇ ਰਾਜੇ ਭੀਮ ਚੰਦ ਵਰਗੇ, ਕੋਟਵਾਲੀਏ ਵਰਗੇ ਇਹ ਸਲਾਹਾਂ ਕਰਦੇ ਐ ਤੇ ਆਪਣੇ ਬੰਦਿਆਂ ਨੂੰ ਕਹਿੰਦੇ ਹਨ ਕਿੰਨੇ ਕੁ ਆਉਣਗੇ, ਜਿਹੜੇ ਆ ਗਏ ਆਪਾਂ ਲੜਾਈ ਕਰਕੇ
ਮਾਰਦੇ ਰਹਾਂਗੇ। ਸ੍ਰੀ ਕਲਗੀਧਰ ਚੜੇ ਤਿਆਰ ਆਵੇ ਤਿਨੇ ਦਿਖਾਵੇ ਜੋਰ। ਕਹਿੰਦੇ ਜੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਵੀ ਆ ਗਿਆ ਨਾ, ਅਸੀਂ ਉਹਦੇ ਨਾਲ ਵੀ ਭਿੜਾਂਗੇ, ਉਹਦੇ ਨਾਲ ਵੀ ਦੋ ਹੱਥ ਕਰਾਂਗੇ, ਆਪਣਾ ਜ਼ੋਰ ਦਿਖਾਵਾਂਗੇ। ਸਿੰਘਨ ਸੰਗ ਲੜੀ ਨਹਿ ਜਾਏ ਸੰਗ ਚਮੋਕੇ ਚਮੋ ਲਰਾਏ। ਔਰ ਸਿੰਘਾਂ ਨਾਲ ਜਾ ਕੇ ਨਹੀਂ ਲੜਾਂਗੇ, ਆਪਣੀਆਂ ਫੌਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਦੇ ਨਾਲ ਲੜਾਵਾਂਗੇ। ਇਹ ਸਭਾ ਦੇ ਵਿੱਚ ਬੈਠ ਕੇ ਰਾਜੇ ਸਾਰੇ ਗੱਲਾਂ ਕਰ ਰਹੇ ਹਨ। ਬੈਠ ਸਮਾ ਮੇ ਬੋਲੇ ਬਾਤਨ ਚਾਹਤ ਹੈ ਸੰਗਰ ਕੇ ਘਾਤਨ। ਇਸ ਤਰ੍ਹਾਂ ਗੁਰੂ ਪਿਆਰਿਓ ਸਭਾ ਦੇ ਵਿੱਚ ਬੈਠ ਕਰਕੇ ਇਹ ਵਿਚਾਰਾਂ ਕਰਨ ਲੱਗੇ ਹਨ। ਸੁਣ ਸ੍ਰੀ ਮੁਕਤੀ ਤਬ ਫਰਮਾਇਓ ਭਈ ਪ੍ਰਪਾਤ ਚਹਿਤ ਹਮ ਜਾਇਓ। ਔਰ ਗੁਰੂ ਪਿਆਰਿਓ ਇਧਰ ਗੁਰੂ ਕੀਆਂ ਸਿੰਘਾਂ ਨੇ ਇਹ ਗੱਲ ਸੁਣ ਲਈ ਹੈ, ਸਲਾਹ ਮਸ਼ਵਰਾ ਹੋਇਆ ਤਾਂ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਸਵੇਰ ਹੋਣ 'ਤੇ ਕੱਲ੍ਹ ਨੂੰ ਅਸੀਂ ਜਾਣਾ ਚਾਹੁੰਦੇ ਹਾਂ ਸ਼ਿਕਾਰ ਖੇਡਣ ਲਈ, ਕਿਉਂਕਿ ਉਹ ਤਿਆਰੀ ਕਰਕੇ ਬੈਠੇ ਆ ਵੀ ਜੇ ਗੁਰੂ ਸਾਹਿਬ ਆ ਗਏ ਤਾਂ ਲੜਾਈ ਕਰਾਂਗੇ, ਅਤੇ ਪਾਤਸ਼ਾਹ ਜੀ ਵੀ ਕਿਹੜਾ ਲੁਕਣ ਵਾਲੇ ਆ। ਉਹ ਕਹਿੰਦੇ ਲਓ ਸਿੰਘੋ ਫਿਰ ਕੱਲ੍ਹ ਨੂੰ ਅਸੀਂ ਸ਼ਿਕਾਰ ਖੇਡਣ ਜਾਵਾਂਗੇ। ਬਹੁਤ ਦਿਨ ਬੀਤਿਆ ਗਿਆ ਅਖੀਰ ਤਿਤ ਦਿਸ ਚੱਲੈ ਤੇ ਕਿਸ ਸ਼ੇਰ। ਔਰ ਕਈ ਦਿਨ ਹੋ ਗਏ ਯਾਰ ਆਪਾਂ ਸ਼ਿਕਾਰ ਤੇ ਨਹੀਂ ਨਿਕਲੇ, ਕੋਈ ਸ਼ੇਰ ਸ਼ੂਰ ਦਾ ਸ਼ਿਕਾਰ ਵੀ ਕਰਾਂਗੇ। ਇਸ ਤੇ ਆਦ ਕੇ ਅਣਕ ਪ੍ਰਸੰਗ ਭਈ ਸੁਣੀ ਸਭ ਸਿੰਘਨ ਸੰਗ। ਇਹ ਵਿਚਾਰਾਂ ਅੱਜ ਦੇ ਦੀਵਾਨਾਂ ਵਿੱਚ ਹੁੰਦੀਆਂ ਰਹੀਆਂ ਜੀ। ਸੋਪੇ ਰਾਤ ਸਤਿਗੁਰੂ ਬਿਤਾਈ ਹੋਤ ਪ੍ਰਾਤ ਕੀ ਕਰੀ ਚੜਾਈ। ਔਰ ਅੱਜ ਦੀ ਰਾਤ ਬਤੀਤ ਹੋਈ, ਫਿਰ ਅਗਲਾ ਦਿਨ ਚੜ੍ਹ ਗਿਆ ਔਰ ਦਿਨ ਚੜ੍ਹਿਆ, ਦੀਵਾਨ ਦੀ ਸਮਾਪਤੀ ਹੋਈ ਤੇ ਪ੍ਰੀਤਮ ਜੀ ਨੇ ਚਾਲੇ ਪਾ ਦਿੱਤੇ ਸ਼ਿਕਾਰ ਖੇਡਣ ਲਈ, ਕਿਉਂਕਿ ਪਹਾੜੀਏ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਆ ਗਿਆ ਉਹਨੂੰ ਵੀ ਜ਼ੋਰ ਦਿਖਾਵਾਂਗੇ, ਤੇ ਜਾਨੀ ਜਾਨ ਸਤਿਗੁਰੂ ਅੰਤਰਜਾਮੀ ਕਹਿੰਦੇ ਆਉਣੇ ਆ। ਫਿਰ ਐਸੀ ਗੱਲ ਹੈ ਤਾਂ ਚੜ੍ਹਾਈ ਕਰ ਦਿੱਤੇ ਜੀ। ਪਾਏ ਹੁਕਮ ਰਣਜੀਤ ਨਗਾਰਾ ਗਰਜ ਉਠਿਓ ਜਿਮ ਜਲ ਤਰ ਭਾਰਾ। ਇਸ ਤਰ੍ਹਾਂ ਰਣਜੀਤ ਨਗਾਰੇ ਤੇ ਚੋਟ ਲੱਗੀ ਹੈ, ਗਰਜ ਉੱਠਿਆ ਜਿਵੇਂ ਜਲ ਤਰ ਭਾਰਾ, ਬੱਦਲ ਗਰਜਦੇ ਹਨ। ਸੁਰਤ ਖਾਲਸਾ ਹੋਏ ਸਤਿਆਰੂ ਜੀਨ ਤਰੰਗਮ ਕਰ ਸ਼ਿੰਗਾਰੂ। ਪ੍ਰੀਤਮ ਵੀ ਆਪਣੇ ਨੀਲੇ ਤੇ ਸਵਾਰ ਹੋ ਗਏ ਔਰ ਖਾਲਸਾ ਜੀ ਦੀਆਂ ਫੌਜਾਂ ਜਿਹੜੀਆਂ ਉਹ ਵੀ ਤਿਆਰ ਪ੍ਰਤਿਆਰ ਘੋੜਿਆਂ ਤੇ ਕਾਠੀ ਪਾ ਕੇ ਸ਼ਿੰਗਾਰ ਕਰਕੇ, ਜਿਵੇਂ ਨਿਹੰਗ ਸਿੰਘ ਬੜੇ ਸ਼ੌਂਕੀ ਹੁੰਦੇ ਹੈ ਆਪਣੇ ਸ਼ਿੰਗਾਰ ਦੇ ਵੀ ਤੇ ਘੋੜਿਆਂ ਦੇ ਸ਼ਿੰਗਾਰ ਦੇ ਵੀ, ਇਸ ਤਰ੍ਹਾਂ ਫੌਜਾਂ ਨੇ ਘੋੜੇ ਸ਼ਿੰਗਾਰ ਲਏ। ਵਸਤਰ ਸ਼ਾਸਤਰ ਤੇ ਸਜੇ ਵਿਸਾਲੇ ਕਹੇ ਤੋ ਪੰਗਨ ਚੜ ਚੜ ਚਾਲੇ। ਔਰ ਸ਼ਸਤਰ ਵਸਤਰ ਪਹਿਨ ਕਰਕੇ ਤਿਆਰ ਪ੍ਰਤਿਆਰ ਹੋ ਕੇ ਚੜ ਗਏ ਘੋੜਿਆਂ ਤੇ, ਹੱਥਾਂ ਦੇ ਵਿੱਚ ਮੋਢਿਆਂ ਤੇ ਬੰਦੂਕਾਂ ਪਾ ਲਈਆਂ, ਚਾਲੇ ਪਾ ਦਿੱਤੇ ਜੀ। ਸੋਚ ਸਨਾਨੇ ਸ਼ਾਸਤਰ ਸਜਾਏ ਕਲਗੀਧਰ ਆਯੁਧ ਅੰਗ ਲਾਏ। ਇਧਰੋਂ ਮੇਰੇ ਪ੍ਰੀਤਮ ਜੀ ਵੀ ਤਿਆਰ ਪ੍ਰਤਿਆਰ ਹੋ ਕੇ ਇਸ਼ਨਾਨ ਆਦਿ ਕਰਕੇ, ਕਿਉਂਕਿ ਪਿਛਲੇ ਪਹਿਰ ਦੇ ਵਿੱਚ ਹੀ ਇਹ ਸ਼ਿਕਾਰ ਖੇਡਣ ਜਾਇਆ ਜਾਂਦਾ ਹੈ, ਦੁਪਹਿਰੇ ਆਰਾਮ ਕਰਕੇ ਫਿਰ ਉੱਠਦੀ ਹੈ ਫੌਜ ਖਾਲਸਾ, ਗੁਰੂ ਸਾਹਿਬ ਵੀ ਆਰਾਮ ਕਰਦੇ ਹੈ, ਫਿਰ ਦੁਪਹਿਰੇ ਤੋਂ ਬਾਅਦ ਸ਼ਿਕਾਰ ਖੇਡਣ ਦੇ ਲਈ ਦੁਬਾਰਾ ਇਸ਼ਨਾਨ ਆਦਿ ਕਰਕੇ ਸ਼ਸਤਰ ਵਸਤਰ ਪਹਿਨ ਕਰਕੇ ਚਾਲੇ ਪਾਉਂਦੇ ਹਨ। ਵਿਦ ਸੰਗ ਕਟ ਮੋ ਖੜਗ ਨਿਖੰਗ ਕਹਿਓ ਤਨੁਕ ਕਰ ਜਬਜ ਸੁਰੰਗ। ਔਰ ਵਿਧੀ ਦੇ ਨਾਲ ਭਾਵ ਜੁਗਤੀ ਦੇ ਨਾਲ ਵਿਉਂਤਬੰਦੀ ਦੇ ਨਾਲ ਕਮਰ ਕਸੇ ਵਿੱਚ ਸ੍ਰੀ ਸਾਹਿਬ ਕਸ ਲਈ ਹੈ 3 ਫੁੱਟੀ, ਤੀਰਾਂ ਦਾ ਪੱਠਾ ਮੋਢੇ ਤੇ ਸਜਾ ਲਿਆ ਹੈ ਅਤੇ ਨਾਲ ਹੱਥ ਵਿੱਚ ਸ਼ਬਜ ਰੰਗ ਦਾ ਧਨੁਖ ਫੜ ਲਿਆ ਹੈ ਜੀ। ਜਿਗਾ ਜਵਾਹਰ ਜਾਹਰ ਜੋਤ ਝੂਲਤ ਕਲਗੀ ਅਤ ਦੁਤ ਹੋਤ। ਸੀਸ ਉੱਪਰ ਸੁੰਦਰ ਕਲਗੀ ਸ਼ੋਭ ਰਹੀ ਹੈ ਔਰ ਮੋਤੀਆਂ ਹੀਰੇ ਜਵਾਹਰਾਤਾਂ ਦੀਆਂ ਲੜੀਆਂ ਜਿਗਾ ਦੀ ਥਾਂ ਤੇ ਚਮਕ ਰਹੀਆਂ ਹਨ। ਤੀਨ ਹੁਕਮ ਅਨਵਾਏ ਤੁਰੰਗ ਪਏ ਆਰੋਹਨ ਕਹਿ ਬਲ ਅੰਗ। ਔਰ ਇਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰੂ ਪਿਆਰਿਓ ਹੁਕਮ ਦਿੱਤਾ ਚਾਲੇ ਪਾਏ ਜਾਣ। ਜਬ ਕੀ ਨਸ ਪ੍ਰਸਥਾਨ ਅਗੇਰੇ ਦੁਦਬ ਬਾਜੋ ਸ਼ਬਦ ਉਚੇਰੇ। ਔਰ ਗੁਰੂ ਕੀਆਂ ਫੌਜਾਂ ਸਤਿਗੁਰਾਂ ਦੇ ਮਗਰ, ਔਰ ਜਿਹੜਾ ਰਣਜੀਤ ਨਗਾਰਾ ਹੈ ਉਹ ਲਗਭਗ ਕਿਸੇ ਹਾਥੀ ਉੱਤੇ ਲੱਦਿਆ ਜਾਂਦਾ ਹੈ
ਔਰ ਅੱਗੇ ਸਤਿਗੁਰਾਂ ਨੇ ਨਗਾਰੇ ਤੇ ਚੋਟ ਲਵਾ ਦਿੱਤੇ ਜੀ। ਤੁਮ ਕਨ ਸੋ ਤੋੜੇ ਸੋ ਲਗਾਏ, ਚਲੇ ਵੀਰ ਹੋਏ ਪਿਛਵਾਏ। ਔਰ ਬੰਦੂਕਾਂ ਭਰੀਆਂ ਹੋਈਆਂ, ਤੋੜੇ ਦਾ ਮਤਲਬ ਬਰੂਦ ਪਾਇਆ, ਤਿਆਰ ਪਰ ਤਿਆਰ ਹੈ ਇੱਕ ਵਾਰੀ ਚਲਾਉਣ ਦੇ ਲਈ। ਔਰ ਯੋਧੇ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲ ਪਏ ਜੀ। ਚੰਚਲ ਬਲੀ ਕੁਦਾਇ ਹਨ ਕੋ, ਗਮਨੇ ਪ੍ਰਭ ਕੀ ਸੰਗ ਸੋ ਬਨ ਕੋ। ਔਰ ਇਸ ਤਰ੍ਹਾਂ ਚੰਚਲ ਘੋੜਿਆਂ ਨੂੰ, ਤਿਆਰ ਪਰ ਤਿਆਰ ਘੋੜਿਆਂ ਨੂੰ ਕੁਦਾਉਂਦੇ ਭਾਵ ਭਜਾਉਂਦੇ ਹੋਏ ਸਤਿਗੁਰਾਂ ਦੇ ਨਾਲ ਜੰਗਲ ਵੱਲ ਚੱਲ ਪਏ ਜੀ। ਦੀਰਘ ਕਾਨਨ ਜਾਇ ਪ੍ਰਵੇਸ਼ੇ, ਹੇਰ ਹੇਰ ਮ੍ਰਿਗ ਹਨੀ ਵਿਸ਼ੇਸ਼ੇ। ਔਰ ਜੰਗਲ ਦੇ ਵਿੱਚ ਜਾ ਕਰਕੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੈ। ਕਈ ਮਿਰਗਾਂ ਦਾ ਸ਼ਿਕਾਰ ਕੀਤਾ ਜੀ। ਤੁਪ ਕਨ ਕੀ ਤੜਾਕ ਗਨ ਹੋਵੇ, ਦੂਰ ਦੂਰੀ ਤੁਤ ਫਿਰ ਜੁਵੈ। ਔਰ ਬੰਦੂਕਾਂ ਦੇ ਨਾਲ ਤਾੜ ਤਾੜ ਗੋਲੀਆਂ ਚੱਲਣ ਲੱਗੀਆਂ। ਖਾਲਸਾ ਗੁਰੂ ਕਿਆਂ ਦੇ ਨਾਲ, ਸਤਿਗੁਰਾਂ ਦੇ ਨਾਲ ਸ਼ਿਕਾਰ ਖੇਡਣ ਲੱਗਿਆ ਜੀ। ਤੁਨ ਉੱਚੀ ਪੁਨ ਬਜਿਓ ਨਗਾਰਾ, ਬਨ ਮੇ ਹੋਤ ਕੋਲਾਹਲ ਭਾਰਾ। ਅਸੀਂ ਕਿਹੜਾ ਲੁਕ ਛਿਪ ਕੇ ਜਾਣਾ, ਇਸ ਕਰਕੇ ਨਗਾਰਾ ਵੀ ਨਾਲ ਚੱਕਿਆ। ਕੋਈ ਇਹ ਨਾ ਕਹਿ ਦੇਵੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਪਤਾ ਨਹੀਂ ਲੱਗਿਆ ਜੀ। ਕੋ ਨਹੀਂ ਤਾਂ ਅਸੀਂ ਘੇਰਾ ਪਾ ਲੈਂਦੇ। ਭੀਮ ਚੰਦ ਵਰਗੇ ਜਿਵੇਂ ਕਹਿੰਦੇ ਆ, ਜੇ ਗੁਰੂ ਗੋਬਿੰਦ ਸਿੰਘ ਆ ਗਏ, ਸਿੰਘਾਂ ਦੇ ਗੁਰੂ, ਉਹਨਾਂ ਨੂੰ ਵੀ ਜ਼ੋਰ ਅਜਮਾਈ ਕਰਾਂਗੇ ਅਸੀਂ। ਇਸ ਕਰਕੇ ਪਾਤਸ਼ਾਹ ਜੀ ਨੇ ਨਗਾਰਾ ਵੀ ਨਾਲ ਲਿਆ। ਬੰਦੂਕਾਂ ਦੀਆਂ ਗੋਲੀਆਂ ਦਾ ਖੜਕਾ ਵੀ ਘੱਟ ਨਹੀਂ ਹੈਗਾ। ਫੇਰ ਅਖੀਰ ਸੈਲ ਪਰ ਸੈਲ, ਗਏ ਗੁਰੂ ਦਲ ਜੁਤ ਸੋ ਗੈਲ। ਔਰ ਇਸ ਤਰ੍ਹਾਂ ਸੈਲ ਪਰ ਸੈਲ, ਪਹਾੜਾਂ ਦੇ ਉੱਤੇ ਚੜ੍ਹਦੇ ਹੋਏ, ਉਦੋਂ ਉਤਲੇ ਪਹਾੜ ਤੇ ਉਤਲੇ ਪਹਾੜ ਤੇ ਫੌਜਾਂ ਦੇ ਨਾਲ ਸ਼ਿਕਾਰ ਖੇਡਦੇ ਪਾਤਸ਼ਾਹ ਅੱਗੇ ਤੋਂ ਅੱਗੇ ਵਧਦੇ ਗਏ ਜੀ। ਬਾਲੋ ਤੰਗ ਸਤਿਗੁਰ ਥਿਰ ਹੋਏ, ਚਾਰੋ ਦਿਸ਼ ਕਾਨਨ ਗਿਰ ਜੋਏ। ਔਰ ਸਤਿਗੁਰੂ ਇੰਨੀ ਉੱਚੀ ਥਾਂ ਤੇ ਚੜ੍ਹ ਗਏ ਘੋੜੇ ਨੂੰ ਲੈ ਕਰਕੇ, ਜਿੱਥੋਂ ਦੂਰ ਤੱਕ ਜੰਗਲ ਦਿਖਾਈ ਦਿੰਦਾ ਨੀਵਾਂ। ਹਾਥ ਤਨਕ ਤਰ ਖੈਚਨ ਕਰਿਓ, ਸ਼ਬਦੋ ਤੰਗ ਦੇਸ਼ ਤਿਸ ਭਰਿਓ। ਔਰ ਪ੍ਰੀਤਮ ਜੀ ਨੇ ਇੱਕ ਧਨੁੱਖ ਕੱਢਿਆ, ਧਨੁੱਖ ਫੜਿਆ ਹੱਥ ਵਿੱਚ, ਇੱਕ ਤੀਰ ਕੱਢਿਆ ਹੈ ਜੀ। ਗਰਜੋ ਗਗਨ ਪਈ ਤੁਨ ਭਾਰੀ, ਸਭ ਸਤਲ ਆਵਾਜ਼ ਉਚਾਰੀ। ਔਰ ਪਹਿਲਾਂ ਸਤਿਗੁਰਾਂ ਨੇ ਹੱਥ ਵਿੱਚ ਤੀਰ ਫੜ ਕੇ ਉਹਦੀ ਤੰਦੀ ਕੱਲੀ ਤੰਦੀ ਵੀ ਖਿੱਚ ਕੇ ਛੱਡ ਗਏ ਨਾ, ਉਹ ਵੀ ਬੜੀ ਆਵਾਜ਼ ਕਰਦੀ ਆ। ਕੋ ਸਤਨਾਮ। ਸਤਿਗੁਰਾਂ ਨੇ ਧਨੁੱਖ ਦੀ ਤੰਦੀ ਖਿੱਚ ਕੇ ਛੱਡੀ ਹੈ, ਬੜੀ ਉੱਚੀ ਆਵਾਜ਼ ਹੋਈ ਹੈ। ਰੱਖ ਲਿਓ ਗੁਰੂ ਜੀ ਰੱਖ ਲਿਓ, ਤੁਮ ਸਮਾਨਤਾ ਬਨੇ ਨਾ ਕੀਹੋ। ਔਰ ਮਾਨੋ ਆਕਾਸ਼ ਗਰਜ ਉੱਠਿਆ, ਉੱਚੀ ਆਵਾਜ਼ ਪੈਦਾ ਹੋਈ ਆ। ਇਉਂ ਹੋਇਆ ਜਾ ਰਿਹਾ, ਮਾਨੋ ਆਵਾਜ਼ ਆ ਰਹੀ ਹੈ ਕਿ ਮਹਾਰਾਜ ਬਚਾ ਲਓ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜੋ ਚੋਬਰ ਕਰਨਾ ਕੀਜੈ, ਆਪਣੇ ਜਾਨੋ ਰੱਖ ਲਈਜੈ। ਔਰ ਗੁੱਸਾ ਛੱਡੋ ਮਹਾਰਾਜ, ਕੋਈ ਨਹੀਂ, ਇਹ ਪਹਾੜੀਏ ਤਾਂ ਮੂਰਖ ਹੈਗੇ ਆ, ਆਪਣੇ ਜਾਣ ਕੇ ਇਹਨਾਂ ਨੂੰ ਛੱਡ ਦਿਓ, ਕੋਈ ਗੱਲ ਨਹੀਂ। ਹੈ ਨੀਲੋ ਪੁਨ ਤਲੇ ਉਤਾਰਾ, ਪਰਚਿਤ ਲਾਗੇ ਕਰਨ ਸ਼ਿਕਾਰਾ। ਔਰ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉੱਚੀ ਪਹਾੜੀ ਤੇ ਜਾ ਕਰਕੇ ਇੱਕ ਆਵਾਜ਼ਾ ਦਿੱਤਾ ਹੈ, ਔਰ ਤੰਦੀ ਖਿੱਚ ਕੇ ਛੱਡੀ ਆ ਵੱਡੇ ਕਮਾਨ ਦੀ, ਜਿਹੜੀ ਛੰਨ ਕਰਕੇ ਬੜੀ ਉੱਚੀ ਆਵਾਜ਼ ਕੱਢਦੀ ਹੈ। ਔਰ ਫਿਰ ਸਤਿਗੁਰੂ ਥੱਲੇ ਆ ਗਏ ਘੋੜੇ ਸਮੇਤ। ਦੋਹਰਾ ਪਰਚਿਤ ਕਰਚਿਤ ਸ਼ਿਕਾਰ ਕੋ, ਦੂਰ ਗਏ ਜਗਨਾਥ। ਇਸ ਤਰ੍ਹਾਂ ਸਿੰਘਾਂ ਦੇ ਨਾਲ ਪਾਤਸ਼ਾਹ ਜੀ ਫਿਰ ਥੱਲੇ ਉਤਰੇ ਔਰ ਸ਼ਿਕਾਰ ਖੇਡਣ ਵਿੱਚ ਪਰਚ ਗਏ, ਭਾਵ ਧਿਆਨ ਆਪਣਾ ਸ਼ਿਕਾਰ ਖੇਡਣ ਵੱਲ ਕਰ ਲਿਆ ਹੈ। ਨਾਦ ਕੁਰਾਹਲ ਗੈਲ ਮੈਂ ਦੁੱਧ ਬਤੁਪ ਕਨ ਸਾਥ। ਔਰ ਇਉਂ ਸ਼ਿਕਾਰ ਖੇਡਦੇ ਖੇਡਦੇ ਦੂਰ ਨਿਕਲ ਗਏ। ਔਰ ਜਿੱਥੇ ਨਗਾਰੇ ਦੀ ਉੱਚੀ ਆਵਾਜ਼ ਹੋ ਰਹੀ ਹੈ, ਉੱਥੇ ਬੰਦੂਕਾਂ ਦੇ ਚੱਲਣ ਦੀਆਂ ਆਵਾਜ਼ਾਂ ਵੀ ਦੂਰ ਤੱਕ ਜਾ ਰਹੀਆਂ। ਨਿਕਟ ਰਹਿਓ ਰਾਜਨ ਕੋ ਡੇਰਾ, ਜਿਨ ਕੇ ਮਨ ਹੰਕਾਰ ਬਡੇਰਾ। ਔਰ ਪ੍ਰੀਤਮ ਨੇ ਉਧਰ ਨੂੰ ਚਾਲੇ ਪਾ ਦਿੱਤੇ, ਜਿੱਥੇ ਭੀਮ ਚੰਦ ਵਰਗੇ ਜਸਵਾਲੀਏ, ਗੁਰੂ ਪਿਆਰਿਓ, ਕਹਿਲੂਰੀਏ ਆਦਿ ਰਾਜੇ ਸਾਰੇ ਇਕੱਠੇ ਹੋ ਕੇ ਬੈਠੇ ਆ। ਉਹ ਜੇ ਗੁਰੂ ਸਾਹਿਬ ਆ ਗਿਆ ਤੇ ਆਪਾਂ ਹਮਲਾ ਕਰਾਂਗੇ। ਕਹੋ ਸਤਿਗੁਰੂ। ਪਾਤਸ਼ਾਹ ਜੀ ਨੇ ਵੀ ਉਧਰ ਨੂੰ ਘੋੜਾ ਖਿੱਚ ਦਿੱਤਾ, ਇਹਨਾਂ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਲਈ। ਬੜੀਆ ਚੰਦ ਸੁਆਲਮ ਚੰਦ, ਸੁਨ ਤੁਨ ਕੋ ਉਤਸਾਹ ਬਿਲੰਦ। ਔਰ ਇਹ ਗੁਰੂ ਕੇ ਸਿੰਘ ਹਨ,
ਬਲੀਆ ਚੰਦ ਤੇ ਆਲਮ ਚੰਦ ਇਹ ਨਗਾਰੇ ਦੀ ਧੁਨ ਸੁਣ ਕੇ ਬੜੇ ਖੁਸ਼ ਹੋਏ ਜੀ। ਪੂਰਨ ਤਿਆਰ ਹੋਏ ਸਵਾਰਾ ਜਿਨਕੇ ਸੰਗ ਸਿਪਾਹੀ ਹਜ਼ਾਰਾ। ਔਰ ਇਹਨਾਂ ਦੋਵਾਂ ਨੂੰ ਜਰਨੈਲ ਬਣਾ ਦਿੱਤਾ ਪਾਤਸ਼ਾਹ ਜੀ ਨੇ। ਲੈ ਵੀ ਮਿੱਤਰੋ ਤੁਸੀਂ ਜੰਗ ਕਰਨਾ ਜੇ ਰਾਜੇ ਆ ਗਏ ਤਾਂ ਹਜ਼ਾਰਾਂ ਸਿਪਾਹੀ ਇਹਨਾਂ ਨੂੰ ਜਿਹੜੇ ਨਾਲ ਲੈ ਕੇ ਆਏ ਨੇ ਡੇਰੇ 'ਚੋਂ ਅਨੰਦਪੁਰ ਸਾਹਿਬ ਤੋਂ, ਕਿਉਂਕਿ ਸ਼ਿਕਾਰ ਖੇਡਣਾ ਤਾਂ ਇੱਕ ਬਹਾਨਾ ਹੈ। ਕਿਤੇ ਭੀਮ ਚੰਦ ਵਰਗੇ ਇਹ ਨਾ ਕਹਿ ਦੇਣ ਗੁਰੂ ਅੰਦਰ ਵੜਿਆ ਬੈਠਾ ਬਾਹਰ ਨਹੀਂ ਨਿਕਲਿਆ। ਆਖੋ ਸਤਨਾਮ। ਪਹਿਲਾਂ ਅਸੀਂ ਕੋਈ ਹਮਲਾ ਕਰ ਨਹੀਂ ਗਏ, ਸਤਿਗੁਰਾਂ ਨੇ ਕਿਸੇ 'ਤੇ ਵੀ ਪਹਿਲਾਂ ਹਮਲਾ ਨਹੀਂ ਕੀਤਾ। ਦੁਸ਼ਮਣ ਦੀ ਜਿਹੜੀ ਤਲਵਾਰ ਆ ਉਹ ਤਲਵਾਰ ਬਣ ਕੇ ਆਈ ਆ, ਸਤਿਗੁਰ ਦੀ ਤਲਵਾਰ ਹੈ ਜਿਹੜੀ ਸ੍ਰੀ ਸਾਹਿਬ ਅੱਗੋਂ ਢਾਲ ਬਣ ਕੇ ਵਰਤੀ ਆ। ਕਿਸੇ 'ਤੇ ਪਹਿਲਾਂ ਹਮਲਾ ਨਹੀਂ ਕੀਤਾ, ਪਰ ਡਰਦੇ ਵੀ ਨਹੀਂ ਹੈ। ਇਸ ਕਰਕੇ ਜੰਗਲ ਦੇ ਵਿੱਚ ਪਹੁੰਚ ਗਏ ਜਿੱਧਰ ਉਹ ਰਾਜੇ ਬੈਠੇ ਹਨ। ਚਾਹੇ ਬਹਾਦਰੀ ਕਰਨ ਦਿਖਾਵਨ ਕਹੇ ਪਰਸਪਰ ਪਾਵਨ ਪਾਵਨ। ਜਿੱਥੇ ਬੈਠੇ ਗੱਲਾਂ ਕਰ ਰਹੇ ਸੀ, ਜੇ ਗੁਰੂ ਗੋਬਿੰਦ ਸਿੰਘ ਆ ਗਿਆ ਉਹਨਾਂ ਨਾਲ ਵੀ ਦੋ ਹੱਥ ਕਰਾਂਗੇ। ਜੰਗ ਕਰਨ ਕੋ ਉਰ ਹੰਕਾਰੀ ਆਏ ਸਮੁਖ ਚਮੰਗਲੇ ਸਾਰੀ। ਹੁਣ ਗੁਰੂ ਪਿਆਰਿਓ ਜਦੋਂ ਉਹਨਾਂ ਦੇ ਨੇੜੇ ਹੀ ਪਹੁੰਚ ਗਏ ਫਿਰ ਤਾਂ ਸ਼ਰਮ ਦੇ ਮਾਰੇ ਉਹਨਾਂ ਨੂੰ ਵੀ ਉੱਠਣਾ ਹੀ ਪਿਆ ਵੀ ਹੁਣ ਤਾਂ ਲੜਨੇ ਪੈਣਾ, ਗੁਰੂ ਤਾਂ ਸਾਡੇ ਨੇੜੇ ਆ ਚੜਿਆ। ਇਸ ਕਰਕੇ ਉਹ ਵੀ ਤਿਆਰ ਹੋ ਕੇ ਉਧਰ ਨੂੰ ਆ ਗਏ ਜਿੱਧਰੋਂ ਉਹਨਾਂ ਨੂੰ ਗੁਰੂ ਦੇ ਆਉਣ ਦੀ ਆਵਾਜ਼ ਸੁਣੀ ਹੈ। ਔਰ ਉਹ ਵੀ ਫੌਜ ਇਕੱਠੀ ਕਰਕੇ ਪਹਾੜੀਆਂ ਦੀ ਬੈਠੇ ਸਨ ਔਰ ਉਹ ਵੀ ਬੰਦੂਕਾਂ ਚਲਾਉਣ ਲੱਗੇ ਜੀ। ਸਿੰਘ ਸ਼ਾਸਤਰ ਧਾਰੀ ਤਥੋਰੇ ਜੋਦਾ ਕਨਿਆਏ ਉਤੋਰੇ। ਔਰ ਇਧਰ ਜੇ ਹਜ਼ਾਰਾਂ ਦੀ ਗਿਣਤੀ ਸੀ ਉਹਨਾਂ ਨੇ ਜ਼ਿਆਦਾ ਇਕੱਠੇ ਕੀਤੇ ਹੋਏ ਸੀਗੇ। ਇਸ ਕਰਕੇ ਨਗਾਰਾ ਸੁਣ ਕੇ ਉਹਨਾਂ ਦੇ ਯੋਧੇ ਇਧਰ ਨੂੰ ਆ ਗਏ। ਕਬ ਕਲ ਕੀ ਤਰ ਪੂਰਬ ਦਿਸ਼ ਕੋ ਗਏ ਭਜਾਏ ਕੋਦਾਇਤ ਅਸ ਕੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘੋੜਾ ਜਿਹੜਾ ਹੈ ਚੜ੍ਹਦੇ ਵਾਲੇ ਪਾਸੇ ਨੂੰ ਲਿਜਾਣਾ ਕੀਤਾ ਹੈ। ਕੀਰਤਕ ਕਾਲ ਖਾਲਸਾ ਲਰਿਓ ਆਪਣੇ ਮੇ ਗੁਰੂ ਨਹੀਂ ਨਹਿਰਿਓ। ਔਰ ਕਿਤਨਾ ਹੀ ਚਿੱਤ ਖਾਲਸਾ ਜਿਹੜਾ ਹੈ ਪਹਾੜੀਆਂ ਨਾਲ ਲੜਦਾ ਰਿਹਾ, ਪਰ ਵਿੱਚ ਗੁਰੂ ਸਾਹਿਬ ਜਦ ਨਾ ਦਿਸੇ। ਹਮਕੋ ਛੋੜ ਗਏ ਕਰਪਾਣਾ ਜੋ ਜਾਣੇ ਮਨ ਮਹਿ ਕਿਆ ਜਾਣਾ। ਔਰ ਸਿੰਘ ਸੋਚਣ ਲੱਗੇ ਵੀ ਇਹ ਕੀ ਗੱਲ ਬਣੀ, ਗੁਰੂ ਸਾਹਿਬ ਨੂੰ ਵਿੱਚ ਖੜਨਾ ਚਾਹੀਦਾ ਸੀ, ਉਹਨਾਂ ਬਿਨਾਂ ਅਸੀਂ ਕਿਵੇਂ ਜਿੱਤ ਸਕਦੇ ਆ। ਇਹ ਗੁਰੂ ਨੂੰ ਪਤਾ ਨਹੀਂ ਕੀ ਸੁਝਿਆ ਕਿ ਸਾਨੂੰ ਕੱਲਿਆਂ ਨੂੰ ਛੱਡ ਗਏ ਜੀ। ਧੀਰਜ ਰਹਿਓ ਨਾ ਸਿੰਘਨ ਕੀਰਾ ਰਣਤੀ ਭਾਜ ਚਲੇ ਤਿਸ ਵੀਰਾ। ਔਰ ਸਿੰਘਾਂ ਨੇ ਦੇਖਿਆ ਵੀ ਅਸੀਂ ਹਾਰ ਜਾਵਾਂਗੇ ਤੇ ਸਿੰਘ ਵੀ ਉਧਰ ਨੂੰ ਭੱਜ ਲਏ ਜਿੱਧਰ ਨੂੰ ਗੁਰੂ ਸਾਹਿਬ ਗਏ ਸੀ। ਵਿਚਲਿਓ ਪਿਖਿਓ ਖਾਲਸਾ ਜਬੈ ਮਿਲ ਪਹਾੜੀਆਂ ਮਾਰੇ ਤਬੈ। ਤੋ ਪਹਾੜੀਆਂ ਨੇ ਸੋਚਿਆ ਵੀ ਖਾਲਸਾ ਡਰ ਗਿਆ ਹੈ। ਸ਼ਾਇਦ ਇੱਕ ਜੁਗਤ ਹੁੰਦੀ ਹੈ ਅਸਲ ਵਿੱਚ, ਜਦ ਫੌਜ ਪਿੱਛੇ ਪੈਰ ਕਰਦੀ ਹੈ ਇਹ ਵੀ ਇੱਕ ਲੜਾਈ ਦਾ ਐਸਾ ਢੰਗ ਹੁੰਦਾ ਹੈ। ਦੁਸ਼ਮਣ ਹੰਕਾਰ ਵਿੱਚ ਅੱਗੇ ਵੱਧਦਾ ਇੱਕਦਮ ਤੇ ਪਿੱਛੇ ਹਟਦੀ ਫੌਜ ਇੱਕਦਮ ਅੱਗੇ ਨੂੰ ਮੁੜ ਜਾਂਦੀ ਹੈ। ਜਿਵੇਂ ਪ੍ਰੈਕਟਿਸ ਵੀ ਕਰਾਉਂਦੇ ਆ, ਪਿੱਛੇ ਮੁੜ ਅੱਗੇ ਮੁੜ ਕਰਕੇ ਤੋ ਇੱਕਦਮ ਭੱਜਦੀ ਹੋਈ ਫੌਜ ਖੜ ਜਾਂਦੀ ਹੈ। ਉਹ ਨੇੜੇ ਆ ਜਾਂਦੇ ਹੈ, ਇੱਕਦਮ ਉਹਨਾਂ 'ਤੇ ਵਾਰ ਕਰਕੇ ਉਹਨਾਂ ਦੇ ਹਜ਼ਾਰਾਂ ਵੱਢੇ ਜਾਂਦੇ ਹੈ। ਇਸ ਕਰਕੇ ਇਹਨਾਂ ਨੇ ਪਹਾੜੀਆਂ ਨੇ ਫਿਰ ਪਿੱਛਾ ਕੀਤਾ ਹੈ। ਨਿਕਸੇ ਖੜਗ ਕਟੇ ਮੋਅੰਗ ਭਈ ਲਾਲਚਿਤ ਸ਼੍ਰੋਣਤ ਸੰਗ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਮਗਰ ਭੱਜੇ ਤੇ ਗੁਰੂ ਪਿਆਰਿਓ ਸ਼ਸਤਰਾਂ ਦੇ ਨਾਲ ਜੰਗ ਹੋਇਆ। ਕਾਫੀ ਲੋਕ ਜਿਹੜੇ ਹਨ ਮਰ ਗਏ, ਧਰਤੀ ਲਾਲ ਹੋ ਗਈ। ਪ੍ਰਿਥਵੀ ਲੋਤ ਪੋਥ ਨਾ ਹੋਈ ਮਾਰਨ ਮਰਨ ਫਿਰੇ ਦਿਸ ਦੋਈ। ਔਰ ਦੋਨੇ ਪਾਸੇ ਹੀ ਬਹੁਤ ਸਾਰੇ ਸਿੰਘ ਬਹੁਤ ਸਾਰੇ ਪਹਾੜੀਏ ਸ਼ਹੀਦ ਹੋ ਗਏ, ਮਰ ਗਏ। ਬਹੁਤ ਸਿੰਘ ਜਬ ਰਣ ਮੇ ਮਾਰੇ ਕੋ ਦੌਲਤ ਗੁਰ ਤੀਰ ਪੁਕਾਰੇ। ਜਦੋਂ ਕਾਫੀ ਸਿੰਘ ਇੱਧਰ ਸ਼ਹੀਦ ਹੋ ਗਏ, ਕਿਸੇ ਸਿੰਘ ਨੇ ਭੱਜ ਕੇ ਜਾ ਕੇ ਗੁਰੂ ਸਾਹਿਬ ਨੂੰ ਲੱਭਣਾ ਕੀਤਾ। ਸਾਚੇ ਪਾਤਸ਼ਾਹ ਰਖ ਲੀਜੇ ਤੀਰੋ ਬਿਰਦ ਤਿਆਗ ਨਹਿ ਦੀਜੇ। ਔਰ ਇਹ ਆਵਾਜ਼ ਜਿਹੜੀ ਗੁਰੂ ਸਾਹਿਬ ਨੇ ਟਿੱਬੀ ਤੇ ਸੁਣੀ ਸੀ ਪਹਿਲਾਂ ਆਕਾਸ਼ਾਂ 'ਚੋਂ ਆਉਂਦੀ, ਇਹ ਸਿੰਘ ਨੇ ਜਾ ਕੇ ਫਿਰ ਕੀਤੀ ਹੈ, ਮਹਾਰਾਜ ਬਚਾ ਲਓ ਤੁਹਾਡਾ ਬਿਰਦ ਹੈ, ਸਾਨੂੰ ਛੱਡ ਕੇ ਆਏ। ਸੋਬਤ ਬਿਨਾ ਸ਼ੀਰ ਨੈ ਕਾਨਣਾ ਜਿਤ ਕਿਤ ਸੁਣੀ ਬਾਤ ਇਹੋ ਕਾਨਣਾ। ਮਹਾਰਾਜ ਜੰਗਲ ਵੀ ਤਾਂ ਸ਼ੋਭਦੇ ਐ ਜਿਹਦੇ ਵਿੱਚ ਸ਼ੇਰ ਹੋਣ। ਸਿੰਘਨ ਤੇਸ ਬਿਦ ਸੁਨ ਜਬੈ ਸ੍ਰੀ ਕਲਗੀਧਰ ਬੋਲੇ ਤਬੈ। ਜਦੋਂ ਸਿੰਘਾਂ ਨੇ ਕਿਹਾ ਪਾਤਸ਼ਾਹ ਤੁਸੀਂ ਇੱਧਰ ਕਿਉਂ ਆ ਗਏ, ਉਧਰ ਸਿੰਘ ਲੜੀ ਜਾਂਦੇ ਆ, ਸ਼ਹੀਦੀਆਂ ਪਾ ਰਹੇ ਐ।
ਤੁਸੀਂ ਸਾਨੂੰ ਬਚਾਓ। ਤਾਂ ਸਿੱਖਾਂ ਨੂੰ ਸਤਿਗੁਰਾਂ ਨੇ ਕਿਹਾ, ਦੋਹਰਾ ਸਿਦਕ ਉਪਕਾਰੇ ਖਾਲਸਾ ਗੁਰ ਕੀ ਬਾਣੀ ਪਾਠ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਖਾਲਸਾ ਕਹਿੰਦਾ ਸੀ ਜੰਗਲਾਂ ਵਿੱਚ ਅਸੀਂ ਇਕੱਲੇ ਹੀ ਜਾ ਕੇ ਜਿੱਤ ਲਵਾਂਗੇ। ਜੇ ਅਸੀਂ ਇਕੱਲੇ ਚਲੇ ਜਾਈਏ ਤਾਂ ਵੀ ਇਹਨਾਂ ਨੂੰ ਜਿੱਤ ਸਕਦੇ ਹਾਂ। ਆਪ ਸਿੰਘ ਆਪੇ ਵਿਪਨ ਬਿਰਦ ਬਿਹਾਰੀ ਰਾਠ। ਔਰ ਇਸ ਤਰ੍ਹਾਂ ਹੁਣ ਕਿਉਂ ਬਿਹਾਰੀ ਨੂੰ ਭਾਵ ਸਾਨੂੰ ਬਿਰਧ ਰੱਖਣ ਦਾ ਵਾਸਤਾ ਪਾ ਰਹੇ ਹੋ ਵੀ ਤੁਹਾਡਾ ਸੁਭਾਅ ਹੈ, ਜੋ ਸ਼ਾਨੇ ਆਵੇ ਤਿਸ ਕੰਠ ਲਗਾਵੇ। ਸਿੱਖਾਂ ਨੇ ਕਿਹਾ ਸੀ ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਅਸੀਂ ਇਕੱਲੇ ਹੀ ਜਾ ਕੇ ਉਹਨਾਂ ਨੂੰ ਘੇਰ ਸਕਦੇ ਹਾਂ, ਹਰਾ ਸਕਦੇ ਹਾਂ। ਪਰ ਇੱਥੇ ਕਦੇ ਵੀ ਸਿੰਘ ਨੂੰ ਕਿੰਨਾ ਵੀ ਤਕੜਾ ਹੋ ਜਾਵੇ, ਇਹ ਹੰਕਾਰ ਦਾ ਬਚਨ ਨਹੀਂ ਕਰਨਾ ਚਾਹੀਦਾ ਕਿ ਗੁਰੂ ਜੀ ਨਾਲ ਹੋਣ ਜਾਂ ਨਾ ਹੋਣ ਅਸੀਂ ਜਿੱਤ ਸਕਦੇ ਹਾਂ। ਪਾਤਸ਼ਾਹ ਜੀ ਨੇ ਬਚਨ ਸੁਣਿਆ ਹੀ ਹੋਣਾ, ਇਸ ਕਰਕੇ ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਸਿੰਘਾਂ ਨੂੰ ਪਰਖਿਆ ਗਿਆ। ਹੁਣ ਤੇਰੇ ਗੁਰੂ ਕਰ ਧਨਕ ਸੰਵਾਰੇ ਸਰ ਨਿਖੰਡ ਤੇ ਪੰਜ ਨਿਕਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਆ ਗਏ ਵਾਪਸ ਫੌਜ ਦੇ